ਸਾਡੇ ਨਸੀਬਾਂ 'ਚ ਲੱਗਦਾ ਖੁਸ਼ੀ नहीं ਅਸੀਂ ਸਿਰਫ ਦੂਸਰਿਆਂ ਨੂੰ ਤਾਕ ਕੇ ਸਰਦੇ ਰਹਿਣਾ ਫਲਾਣੇ ਮੁਲਕ ਦਾ ਪਲੇਅਰ ਬੜਾ ਚੰਗਾ ਹੈ, ਬੜੀਆਂ ਨੇ ਸੈਂਚਰੀਆਂ ਬਣਾਈਆਂ ਨੇ, ਬੜੇ ਉਹਨੇ ਛੱਕੇ ਮਾਰੇ ਨੇ, ਬੜੀ ਅੱਛੀ ਬੋਲਿੰਗ ਕਰਦਾ ਹੈ, ਬੜਾ ਮਹਿੰਗਾ ਪਲੇਅਰ ਵਿਕਿਆ। ਇਸ ਟਾਈਮ ਵੀ ਤੁਹਾਨੂੰ ਪਤਾ ਬੜੇ ਸੋਸ਼ਲ ਮੀਡੀਆ ਤੇ ਰੋਲੇ ਨੇ। ਆਸਟ੍ਰੇਲੀਆ ਦਾ ਜਿਹੜਾ ਪਲੇਅਰ ਵਿਕਿਆ ਮਿਚਲ ਸਟਾਰਕ 25 ਕਰੋੜ ਰੁਪਏ ਦਾ, ਤਕਰੀਬਨ ਪਾਕਿਸਤਾਨੀ 75 ਕਰੋੜ ਰੁਪਇਆ ਬਣਦਾ। ਜ਼ਾਹਿਰ ਗੱਲ ਉਹਦੀ ਬੋਲਿੰਗ ਵੀ ਅੱਛੀ ਹੈ, ਲੇਕਿਨ ਇੰਡੀਆ ਹੈ ਵੀ ਬੜਾ ਅਮੀਰ ਹੈ, ਪੈਸੇ ਦੇ ਸਕਦਾ। ਅਸੀਂ ਤੇ ਆਪਣੇ ਬਾਰੇ ਸੋਚਾਂਗੇ, ਸਾਡੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਨੇ, ਅਸੀਂ ਕੋਸ਼ਿਸ਼ ਕਰਨੇ ਆ PSL ਦੇਖ ਲਈਏ ਜਾਂ ਜਿਹੜਾ ਹੁਣ ਆਸਟ੍ਰੇਲੀਆ ਦੇ ਮੈਚ ਆ ਰਹੇ, ਹਰ ਬੰਦਾ ਹੀ ਗੱਲ ਕਰ ਰਿਹਾ ਸੀ ਚਲੋ ਯਾਰ ਟੈਸਟ ਆ ਰਹੇ ਨੇ 3 ਤੇ ਦੇਖਾਂਗੇ जरा टाइम से ही पास हो जाएगा। हो सकता है पाकिस्तान को अच्छी कारकर्दगी करे, क्योंकि शान मसूद के बारे हर बंदा यह गल कर रहा कि यार किधरों इन्होंने कप्तान बना दिता ने, इसकी कोई कारकर्दगी नहीं है। लेकिन बंदे फिर सोचते हैं कि यार अगे भी जो खेड के आए ने उन्हें कि कारकर्दगी दिखाई है, 3-0 3-2 जो हार के आते रहे हैं। खैर चलो देख लेना कोई नवा मोइजा हो जाए। जनाब उत्थे जिसले गए ने तो अगे जाके इसलिए मैच शुरू होया, हर बंदे नज़र आता कि पाकिस्तान की जी बॉडी लैंग्वेज है बड़ी मायूस कुन ही इंज जो मोंडे सट के खेडते सी पे। आस्ट्रेलिया अगर देखो ऐ लगता कि आर्मी खेडती है भी पूरे स्ट्रांग माइंड नाल खेडते हैं, जरा मासा नर्वस नहीं होंगे। इत्थे जेडे यूरोप ने बंदे सुबह 4 बजे उठ के मैच तकना शुरू होंगे, कम्मां तू छुट्टियां करते हैं, छड़ के फोन लैके बैठे होंगे कम्मां ते भी कि पाकिस्तान का मैच लगे है टैसट। ज़ाहिर गल है बंदे मायूस होंगे ने। पाकिस्तान हर वक्त खबरां चलदियां या सियासत ते गल्लां चलदियां रहिंदियां या इधरों मर गया तो इधर एक्सीडेंट हो गया, यह गल्लां पाकिस्तान सुनने नूं लभदियां ने। बंदे खुश होकर सिर्फ क्रिकेट ही देखते हैं। जिसले क्रिकेट शुरू हुई है वो हिसाब होया पाकिस्तान का एक प्लेयर गया, दूजा गया, तीसरा गया, और नवे ਜਿਹੜੇ ਬੋਲਰ ਨੇ ਉਹਨਾਂ ਨੇ ਕੋਈ ਕਾਰਕਰਦਗੀ ਦਿਖਾਈ ਹੈ। और ਜਿਹੜੇ ਸਾਡੇ ਬੈਟਸਮੈਨ ਨੇ ਉਹਨਾਂ ਤੇ ਆਪਣੇ ਜ਼ਾਹਿਰੀ ਗੱਲ ਹੈ ਸੋਸ਼ਲ ਮੀਡੀਆ ਰੱਖੇ ਨੇ, ਉਹਨਾਂ ਨੂੰ ਪੈਸੇ ਦਿੰਦੇ ਨੇ, ਆਪਣੀ ਇੱਕ ਸ਼ਾਟ ਲਾ ਦਿੰਦੇ ਨੇ, ਇੱਕ ਬੋਲਿੰਗ ਲਾ ਦਿੰਦੇ ਨੇ ਕਿ ਇਹ ਦੇਖੋ ਇਹਨੇ ਕਿਸ ਤਰ੍ਹਾਂ ਵਿਕਟ ਲਈ ਸੀ। ਉਹਨੂੰ ਜਿਹੜਾ ਲਾਈਕ ਜ਼ਿਆਦਾ ਲੱਭਦੇ ਨੇ, ਕੋਸ਼ਿਸ਼ ਇਹ ਕਰਦੇ ਨੇ ਕਿ ਅਸੀਂ ਸਿਲੈਕਸ਼ਨ ਕਮੇਟੀ 'ਚ ਕਿਰੇ ਬਾਹਰ ਨਾ ਹੋ ਜੀ। ਅੱਜ ਕੱਲ੍ਹ ਜਿਹੜਾ ਬੰਦਾ ਸਿਲੈਕਸ਼ਨ ਕਮੇਟੀ 'ਚ ਰਹਿੰਦਾ ਨਾ ਉਹਨੂੰ ਜਿਹੜਾ ਸਿਲੈਕਟ ਕੀਤਾ ਜਾਂਦਾ ਹੈ। ਇਸ ਵਾਸਤੇ ਜਿਹੜਾ ਨਾ ਪਾਕਿਸਤਾਨ ਦੀ ਬੋਡੀ ਲੈਂਗੁਏਜ ਬਹੁਤ ਜ਼ਿਆਦਾ ਮਾਯੂਸ ਕੋਨ ਨਹੀਂ। ਹਰ ਬੰਦਾ ਹੀ ਇਹ ਗੱਲ ਕਰ ਰਿਹਾ ਕਿ ਉਹਨਾਂ ਦੀ ਬੋਡੀ ਲੈਂਗੁਏਜ ਜਿਹੜੀ ਹੈ ਕਮ ਅਜ਼ कम ਆਸਟ੍ਰੇਲੀਆ ਤੁਸੀਂ ਦੇਖੋ ਆਖਰੀ ਪਲੇਅਰ ਵੀ ਹੋਵੇਗਾ ਉਹ ਵੀ ਚੌਕਾ ਛੱਕਾ ਮਾਰ ਜਾਏਗਾ। ਅਸੀਂ ਵੀ ਇੰਤਜ਼ਾਰ ਕਰਦੇ ਨੇ ਚਾਹੇ ਹੁਣ ਚੌਕੇ ਛੱਕੇ ਮਾਰਨ, ਕੋਈ ਸਹੀ ਪਰਫਾਰਮੈਂਸ ਦੇਣ। ਆਖਰ ਤੇ ਸ਼ਾਹੀਨ ਅਫਰੀਦੀ ਆਇਆ, ਉਹ ਸਲਮਾਨ ਆਗਾ ਖਲੋਤਿਆ, ਉਹਨੇ ਕੋਸ਼ਿਸ਼ ਨਹੀਂ ਕੀਤੀ मैं ਸ਼ਾਟ ਮਾਰਾਂ। ਜ਼ਾਹਿਰ ਗੱਲ ਹੈ ਪਿੱਛੇ ਪਲੇਅਰ को नहीं तू कोशिश कर ਸ਼ਾਟ ਮਾਰ, लेकिन ਉਹਨੇ नहीं मारी। ਸ਼ਾਹੀਨ ਅਫਰੀਦੀ ਆਇਆ, ਉਹਨੇ ਕੋਸ਼ਿਸ਼ ਕੀਤੀ ਹੈ। ਜ਼ਾਹਿਰ ਗੱਲ ਉਹ ਬੋਲਰ ਆਇਆ ਉਹ ਆਊਟ ਹੋ ਗਿਆ। 3.5 ਦਿਨ ਖੇਡੇ ਨੇ और ਛੱਡ ਕੇ ਇਹ ਗੱਲਾਂ ਚੱਲ ਰਹੀਆਂ ਕਿ ਇਮਾਮ ਮੁਲਾਕ ਨੇ ਬਹੁਤ ਅੱਛੀ ਬੈਟਿੰਗ ਕੀਤੀ ਹੈ। ਜ਼ਾਹਿਰ ਗੱਲ ਹੈ ਫਿਰ ਅਗਲੀ ਵਾਰ ਵੀ ਉਹਨੂੰ ਖਿਡਾਣਗੇ ਕਿਉਂਕਿ ਕਹਿੰਦੇ ਨੇ ਉਹਨੇ ਇੰਨੀਆਂ ਬੋਲਾਂ ਖੇਡੀਆਂ ਨੇ, ਸਭ ਤੋਂ अच्छा रहा हो, क्योंकि नहीं तो 2 दिनों या 2 या हाफ डे जोड़ा वो मैच मुक जाना सी। इस वास्ते वो खेड़िया तो 3.5 दिन मैच चलिया। टोटल 5 दिन का मैच होंदा, तुसीं हिसाब लो 3.5 दिन पाकिस्तान आउट होकर बाहर हो गया। जनाब उत्थे आस्ट्रेलिया गए ने चस लैण, वो किन्ने दिहाड़ियां बाद जाके मैच है। इस तरह नहीं हो सकता। पाकिस्तान नूं जिहड़ा कम अज़ कम मेरे ख्याल के मुताबिक जिसले टीम सिलैक्ट करते हैं उन्होंने पाक आर्मी को भेजना चाहिए। अगर पाक आर्मी नंबर 1 है, इन्होंने महीना सारा उत्थे ट्रेनिंग देन ताकि इन्हों के माइंड जिहड़ा मजबूत होवन। इन्होंने पता है जिसले असां मैदान च उतरना पूरे मजबूत होके, जिसले जाते हैं इंज बॉलिंग तो डरन लगे होंदे ने, स्टॉप करते रहते हैं। दूसरे मुल्कों से असीं देख के सड़ते रहने यार इन्हें तो घूण छक्का मारिया, इन्हें चौका मारिया, लेकिन साडे जिहड़े ने उधर आउंदे ही नहीं। वो बोला बस स्टॉप करिए जी असीं टेस्ट खेड रहे हैं। ਇਹਦਾ ਮਤਲਬ ਇਹ ਨਹੀਂ ਹੈ ਕਿ ਅੱਗੇ ਵੀ ਜਿਹੜੀਆਂ ਟੀਮਾਂ ਨੇ ਉਹ ਹਰਦੀਆਂ ਆਈਆਂ ਨੇ ਪਾਕਿਸਤਾਨ ਦੀਆਂ ਤੇ ਅਸਾਂ ਵੀ ਹਰਨਾ ਹੈ। ਇੰਜ ਨਹੀਂ ਹੋਣਾ ਚਾਹੀਦਾ। ਇਹ ਨਹੀਂ ਕਿ ਮੁਰਗੀਆਂ ਵਾਲੇ ਹਿਸਾਬ ਹੋਵੇ ਕਿ ਮੁਰਗੀ ਅੰਡਾ ਦੇ ਦਿੱਤਾ ਕਦੇ ਨਾ ਦਿੱਤਾ। ਜਿਹੜਾ ਇੱਕ ਪਲੇਅਰ ਸਾਡਾ ਚੱਲਦਾ ਹੈ ਤੇ ਉਹਦੇ ਬਾਰੇ 'ਚ ਹੀ ਗੱਲਾਂ ਹੁੰਦੀਆਂ ਨੇ ਕਿ ਇਹ ਪਲੇਅਰ ਨੇ ਹੁਣ ਸੈਂਚਰੀ ਬਣਾਈ ਹੈ ਤੇ ਅਗਲੇ 10 ਮੈਚ ਲਗਾਤਾਰ ਉਹ ਹੀ ਚੱਲਦਾ ਰਹੇ। ਹੁਣ ਫਖਰ ਜ਼ਮਾਨ ਨੇ ਇੱਕ ਵਰਲਡ ਕੱਪ 'ਚ ਜਿਹੜਾ ਸੈਂਚਰੀ ਬਣਾਈ, ਉਸ ਤੋਂ ਬਾਅਦ ਜੀ ਫਖਰ ਜ਼ਮਾਨ ਦੇ ਬੜੇ ਰੋਲੇ ਹੋ ਗਏ। ਉਸ ਤੋਂ ਬਾਅਦ ਉਹਨੇ ਕੋਈ ਕਾਰਕਰਦਗੀ ਨਹੀਂ ਦਿਖਾਈ, ਕਿਸੇ ਹੋਰ ਪਲੇਅਰ ਨੇ ਵੀ ਕੋਈ ਨਹੀਂ ਦਿਖਾਈ। ਸਾਡੇ ਕਿਸਮਤਾਂ ਜਿਹੜਾ ਨਾ ਉਹ ਮੈਨੂੰ ਨਹੀਂ ਲੱਗਦਾ ਕੋਈ ਯੰਗ ਮੁੰਡੇ ਅਸੀਂ ਤੱਕਾਂਗੇ ਕਿ ਆਵਣ ਕੇ ਤਕਰੀਬਨ 16-17 ਸਾਲ ਦੇ। ਤੁਹਾਨੂੰ ਪਤਾ ਹੈ ਅਗਰ 16-17 ਸਾਲ ਦਾ ਕਿ ਸ਼ਾਹਿਦ ਅਫਰੀਦੀ ਆਇਆ ਸੀ, ਮੁਹੰਮਦ ਆਮਰ ਆਇਆ ਸੀ ਤੇ ਲੇਕਿਨ ਉਹਨਾਂ ਨੇ ਆਪਣੀ ਕਾਰਕਰਦਗੀ ਦਿੱਤੀ ਹੈ। ਲੇਕਿਨ ਉਸ ਤੋਂ ਬਾਅਦ ਜਿਹੜਾ ਅਜੇ ਤੱਕ ਇਹ 16-17 ਸਾਲ ਦਾ ਮੁੰਡਾ ਲਿਆ ਕੇ ਰਾਜ਼ੀ ਨਹੀਂ, ਕਿਉਂਕਿ ਉਹ ਆਵੇਗਾ ਉਹਨੂੰ ਪਤਾ ਉਹਨੇ ਜਗ੍ਹਾ ਆਪਣੀ ਪੱਕੀ ਕਰ ਲੈਣੀ ਹੈ ਤੇ ਲੰਮਾ ਉਹ ਚੱਲ ਪਵੇਗਾ। ਇਹਨਾਂ ਦੇ ਖਿਲਾੜੀ ਕਰਨੇ ਹੁੰਦੇ ਨੇ ਚੇਂਜ, ਕੋਈ 25 ਸਾਲ ਦਾ ਲੈਣ ਦਾ, ਕੋਈ 27 ਸਾਲ ਦਾ ਲੈਣ ਦਾ, ਤਾਂ ਕਿ ਉਹ 2-4 ਸਾਲ ਖੇਡੇ ਤੇ ਬਾਹਰ ਹੋ ਜੇ। ਜੇ ਕੋਈ ਪੁਰਾਣਾ ਆ ਗਿਆ ਉਹਨੇ ਆਪਣੀ ਜਗ੍ਹਾ ਮਜ਼ਬੂਤ ਕਰ ਲੈਣੀ ਹੈ। ਯੰਗ ਮੁੰਡੇ ਨੇ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਯੰਗ ਮੁੰਡਾ ਪਾਕਿਸਤਾਨ ਟੀਮ 'ਚ ਹੋਵੇ, 16-17 ਸਾਲ ਉਹਦੀ ਉਮਰ ਹੋਵੇ। ਸਾਡੇ ਨਸੀਬਾਂ ਜਿਹੜਾ ਆ ਜਾ ਕੇ ਕ੍ਰਿਕਟ 'ਚ ਵੀ ਮਾਯੂਸੀ ਹੁੰਦੀ ਹੈ। ਮੇਰਾ ਤੇ ਦਿਲ ਸੜਦਾ ਇਸ ਵਾਸਤੇ ਮੈਂ ਗੱਲ ਕਰਨਾ। ਮੇਰਾ ਦਿਲ ਕਰਦਾ ਕਿ ਸਾਡੀ ਟੀਮ ਹੀ ਅਗਾਂਹ ਵੱਧ ਕੇ ਖੇਡੇ ਆਪਣੇ ਹੌਸਲੇ। ਅਗਰ ਆਊਟ ਹੋ ਜਾਣ ਕੋਈ ਮਸਲਾ ਨਹੀਂ, ਲੇਕਿਨ ਇਹ ਤੇ ਪਤਾ ਲੱਗੇ ਕਿ ਯਾਰ ਕੋਈ ਚੌਕਾ ਛੱਕਾ ਮਾਰਿਆ ਨੇ, ਕੋਈ ਸਹੀ ਖੇਡਦੇ ਨੇ ਪਏ। ਇਸ ਤਰ੍ਹਾਂ ਡਰ ਕੇ ਬੋਲਾਂ ਸਟਾਪ ਕਰਨੀਆਂ, 200 ਬੋਲ ਇਮਾਮ ਨੇ ਖੇਡਣੀ ਹੈ ਤੇ ਉਸ ਤੋਂ ਬਾਅਦ बनाने 60 स्कोर ने
ਤੇ ਉਹ ਕੀ ਗੱਲ ਹੋਈ। ਤੁਸੀਂ ਅਗਰ ਆਸਟ੍ਰੇਲੀਆ ਨੂੰ ਦੇਖੋ, ਇੰਡੀਆ ਨੂੰ ਦੇਖੋ, ਕਿੰਨੇ ਕਾਨਫੀਡੈਂਸ ਨਾਲ ਖੇਡਦੇ ਨੇ। ਤੁਹਾਨੂੰ ਪਤਾ ਹੈ ਜਾਂਦੇ ਨੇ ਫੌਜ ਕੋਲ ਜਾ ਕੇ ਟ੍ਰੇਨਿੰਗ ਲੈ ਕੇ ਆਉਂਦੇ ਨੇ। ਇਸ ਵਾਸਤੇ ਤੁਸੀਂ ਵੀ ਜਾਓ ਉੱਥੇ ਜਾ ਕੇ ਪਹਿਲਾਂ ਟ੍ਰੇਨਿੰਗ ਲੈ ਕੇ ਆਵਿਆ ਕਰੋ। ਤੁਹਾਨੂੰ ਪਤਾ ਵੀ ਸੇ ਜਾਣਾ ਮੈਦਾਨ 'ਚ ਉਤਰਨਾ, ਤੁਸੀਂ ਸ਼ਾਟਾਂ ਮਾਰਨੀਆਂ ਨੇ। ਅਸੀਂ ਤੇ ਤਕਰੀਬਨ ਸਾਡੀਆਂ ਲੱਤਾਂ ਨੂੰ ਅਚਮੀ ਹੁੰਦੀ ਰਹਿੰਦੀ ਹੈ ਕਿ ਯਾਰ ਹੁਣ ਛੱਕਾ ਮਾਰਨਗੇ, ਹੁਣ ਚੌਕਾ ਮਾਰਨਗੇ, ਇਹ ਆਊਟ ਹੋ ਕੇ ਗਈ, ਉਹ ਆਊਟ ਹੋ ਕੇ ਗਈ। ਨਵੇਂ ਮੁੰਡੇ ਆਉਂਦੇ ਨੇ, ਵਿਕਟਾਂ ਲੈਂਦੇ ਨੇ, ਚਾਹੇ ਅੱਗੂ ਜਿਸੇ ਪਾਕਿਸਤਾਨ ਜਾਣ, ਇੱਕ ਦੋ ਮੈਚ ਖਿਡਾਉਣ, ਜੋ ਨਾ ਵਿਕਟਾਂ ਲੈ ਫਿਰ ਉਹਨੂੰ ਚੁੱਕ ਕੇ ਬਾਹਰ ਮਾਰਨ, ਫਿਰ ਉਹ ਪੁਰਾਣੇ ਆ ਜਾਣ ਉੱਥੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕੋਸ਼ਿਸ਼ ਕਰੋ ਯਾਰ ਕਿ ਮੁੰਡੇ ਯੰਗ ਲਿਆਓ ਪਾਕਿਸਤਾਨੀ ਟੀਮ 'ਚ, ਤਾਂ ਕਿ ਸਾਨੂੰ ਵੀ, ਅਸੀਂ ਵੀ ਦੇਖ ਕੇ ਦਿਲ ਖੁਸ਼ ਹੋਵੇ। ਉਹ ਹੀ ਪੁਰਾਣੇ ਬਾਰ-ਬਾਰ ਲਿਆਉਣ ਦਾ ਕੋਈ ਫਾਇਦਾ ਨਹੀਂ। ਅੱਗੇ ਜੇ ਆਸਟ੍ਰੇਲੀਆ 'ਚ ਸਾਰੇ ਅਰਦੇ ਦੇ ਨਾਲ ਬਿਹਤਰ ਸੀ ਕਿ ਤੁਸੀਂ ਨਵੇਂ ਮੁੰਡੇ ਲਿਆਉਂਦੇ 18-18 19-19 ਸਾਲਾਂ ਦੇ, ਉਹਨਾਂ ਨੂੰ ਲਿਆ ਕੇ ਚੈੱਕ ਕਰਦੇ, ਜਿਸ ਤਰ੍ਹਾਂ ਸੈਮ ਅਯੂਬ ਬੈਠਿਆ, ਔਰ 2-3 ਲੈ ਆਉਂਦੇ, ਉਹਨਾਂ ਨੂੰ ਟਰਾਈ ਮਾਰਦੇ, ਤੇ ਮੈਨੂੰ ਉਮੀਦ ਹੈ ਕਿ ਉਹਨਾਂ ਨੇ ਪਰਫਾਰਮੈਂਸ ਦੇਣੀ ਸੀ। ਇਹ ਹਿਸਾਬ ਨਹੀਂ ਸੀ ਹੋਣਾ ਜਿਹੜੀ ਇਮਾਮ ਨੇ ਦਿੱਤੀ ਹੈ ਜਾਂ ਬਾਬਰ ਨੇ ਦਿੱਤੀ ਹੈ ਜਾਂ ਜਿਹੜੇ ਦੂਸਰੇ ਬੈਠੇ ਨੇ। ਬਿਹਤਰ ਇਹੀ ਹੈ ਕਿ ਪਾਕਿਸਤਾਨੀ ਟੀਮ ਦੀ ਚੇਂਜਿੰਗ ਕਰਨ ਦੀ ਕੋਸ਼ਿਸ਼ ਕਰੋ। ਮੇਰੀ ਅਗਰ ਕੋਈ ਗੱਲ ਬੁਰੀ ਲੱਗੇ, ਮੇਰੇ ਤੇ ਦਿਲ 'ਚ ਜਿਹੜੀ ਗੱਲ ਹੈ ਮੈਂ ਤੁਹਾਨੂੰ ਦੱਸੀ ਹੈ, ਮੈਂ ਆਵਾਮ ਕੋਲੋਂ ਸੁਣਦਾ ਰਹਿਣਾ। ਅਗਰ ਬੁਰੀ ਲੱਗੇ ਤਾਂ ਮੈਂ ਮਾਜ਼ਰਤ ਚਾਹਨਾ, ਲੇਕਿਨ ਮੇਰੀ ਜਿਹੜੀ ਰਾਏ ਹੈ ਨਾ, ਉਹਦੇ ਤੇ ਅਗਰ ਤੁਸੀਂ ਇਤਫਾਕ ਕਰਦੇ ਤਾਂ ਕਮੈਂਟਸ ਲਾਜ਼ਮੀ ਕਰਿਓ। ਬਾਕੀ ਅਗਰ ਕੋਈ ਗਲਤੀ ਹੋਵੇ ਤਾਂ ਮਾਫੀ ਚਾਹਨਾ। ਦੁਆ ਯਾਦ ਰੱਖਿਓ। ਅੱਲਾ ਹਾਫਿਜ਼।